ਹੈਲੋ ਦੋਸਤੋ, ਵੈਲਕਮ ਟੂ ਮਾਈ YouTube ਚੈਨਲ। ਅੱਜ ਆਪਾਂ ਇਸ ਵੀਡੀਓ ਵਿੱਚ ਪੰਜਾਬ ਜੀਕੇ ਦਾ ਪੰਜਾਬ ਆਰਟ ਐਂਡ ਕਲਚਰ ਦਾ ਪਹਿਲਾ ਲੈਕਚਰ ਸ਼ੁਰੂ ਕਰ ਰਹੇ ਹਾਂ। ਇਸ ਵਿੱਚ ਆਪਾਂ ਪੰਜਾਬ ਆਰਟ ਐਂਡ ਕਲਚਰ ਕੰਪਲੀਟ ਕਰਾਂਗੇ। ਇਸ ਵੀਡੀਓ 'ਚ ਆਪਾਂ ਪੰਜਾਬੀ ਲੈਂਗੁਏਜ ਅਤੇ ਪੰਜਾਬੀ ਲਿਟਰੇਚਰ ਅਤੇ ਉਸ ਨਾਲ ਰਿਲੇਟਡ ਜੋ ਵੀ ਅਵਾਰਡ ਹੈਗੇ ਆ ਉਹ ਹੀ ਡਿਸਕਸ ਕਰਾਂਗੇ ਅਤੇ ਕਿਹੜੇ ਪੰਜਾਬੀ ਸਾਹਿਤ ਨਾਲ ਕਵੀ ਰਿਲੇਸ਼ਨ ਰੱਖਦੇ ਆ ਅਤੇ ਉਹਨਾਂ ਦੀਆਂ ਕਿਹੜੀਆਂ ਮੋਸਟ ਪਾਪੂਲਰ ਰਚਨਾਵਾਂ ਹੈਗੀਆਂ ਉਹੀ ਸਭ ਡਿਸਕਸ ਕਰਾਂਗੇ ਇਸ ਵੀਡੀਓ ਵਿੱਚ। ਅਤੇ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਪੰਜਾਬੀ ਕਲਚਰ। ਜੋ ਆਪਣਾ ਪੰਜਾਬ ਦਾ ਕਲਚਰ ਹੈ ਉਹ ਸਭ ਤੋਂ ਪੁਰਾਣਾ ਕਲਚਰ ਹੈ। ਵਰਲਡ ਦੇ ਅਕੋਰਡਿੰਗ ਦੇਖੀਏ ਤਾਂ ਸਭ ਤੋਂ ਪੁਰਾਣਾ, ਜਾਂ ਇਹ ਕਹਿ ਸਕਦੇ ਹਾਂ ਕਿ ਜਿੰਨੇ ਵੀ ਦੁਨੀਆ ਵਿੱਚ ਪੁਰਾਣੇ ਕਲਚਰ ਆ ਉਹਨਾਂ ਵਿੱਚੋਂ ਇੱਕ ਇਹ ਵੀ ਪੁਰਾਣਾ ਕਲਚਰ ਨਾਲ ਰਿਲੇਸ਼ਨ ਰੱਖਦਾ, ਯਾਨੀ ਕਿ ਆਪਾਂ ਇਹਨੂੰ ਓਲਡੈਸਟ ਕਲਚਰ ਕਹਿ ਸਕਦੇ ਹਾਂ। ਤਾਂ ਸਾਰਾ ਪੰਜਾਬ ਐਂਡ ਆਰਟ ਐਂਡ ਕਲਚਰ 'ਚ ਆਪਾਂ ਪੰਜਾਬੀ ਲੈਂਗੁਏਜ, ਪੰਜਾਬੀ ਲਿਟਰੇਚਰ ਅਵਾਰਡਸ ਰਿਲੇਟਡ ਜਾਂ ਪੰਜਾਬੀ ਸਾਹਿਤ ਨਾਲ ਰਿਲੇਟਡ ਜਿੰਨੇ ਵੀ ਅਵਾਰਡ ਹੈਗੇ ਆ ਉਹਨਾਂ ਬਾਰੇ ਡਿਸਕਸ਼ਨ ਕਰਨੀ ਆ। ਅਤੇ ਇਸ ਵੀਡੀਓ 'ਚ ਆਪਾਂ ਪੰਜਾਬੀ ਲੈਂਗੁਏਜ ਅਤੇ ਪੰਜਾਬੀ ਲਿਟਰੇਚਰ ਬਾਰੇ ਹੀ ਪੜ੍ਹਾਂਗੇ। ਨੈਕਸਟ ਆਉਣ ਵਾਲੀ ਵੀਡੀਓਜ਼ ਵਿੱਚ ਆਪਾਂ ਪੰਜਾਬ ਦੇ ਫੈਸਟੀਵਲ ਅਤੇ ਮੇਲੇ ਵਗੈਰਾ ਜਿੰਨੇ ਵੀ ਰਿਲੇਸ਼ਨ ਰੱਖਦੇ ਆ ਪੰਜਾਬ ਨਾਲ ਉਹ ਸਾਰੇ ਪੜ੍ਹਨੇ ਆ। ਫਿਰ ਉਸ ਤੋਂ ਬਾਅਦ ਡਾਂਸਿਸ, ਜਿੰਨੇ ਡਾਂਸ ਆਪਣੇ ਪੰਜਾਬ ਦੇ ਹੈਗੇ ਉਹ ਸਾਰੇ, ਪੰਜਾਬੀ ਮਿਊਜ਼ਿਕ ਅਤੇ ਇਸ ਨਾਲ ਰਿਲੇਟਡ ਇੰਸਟਰੂਮੈਂਟ ਕਿਹੜੇ ਆ, ਆਰਟ ਐਂਡ ਕਰਾਫਟ ਅਤੇ ਓਰਨਾਮੈਂਟ, ਇਹ ਸਭ ਆਪਾਂ ਨੈਕਸਟ ਆਉਣ ਵਾਲੀ ਵੀਡੀਓਜ਼ ਵਿੱਚ ਕੰਪਲੀਟ ਕਰਾਂਗੇ। ਤਾਂ ਅੱਜ ਦਾ ਆਪਾਂ ਟੋਪਿਕ ਸ਼ੁਰੂ ਕਰਦੇ ਹਾਂ ਪੰਜਾਬੀ ਲੈਂਗੁਏਜ। ਆਪਾਂ ਪੰਜਾਬੀ ਲੈਂਗੁਏਜ ਇਸ ਵਿੱਚ ਆਪਾਂ ਤਕਰੀਬਨ ਉਹੀ ਕੁਝ ਪੜ੍ਹਾਂਗੇ, ਇੰਨਾ ਜ਼ਿਆਦਾ ਡੀਪ ਨਹੀਂ ਪੜ੍ਹਾਂਗੇ ਜਿੰਨਾ ਕੁ ਆਪਾਂ ਨੂੰ ਪੇਪਰ 'ਚ ਮਿਲ ਸਕਦਾ। ਜਿਵੇਂ ਕਿ ਹੁਣ ਪੇਪਰ ਪੰਜਾਬ ਪੁਲਿਸ ਦਾ ਆਉਣ ਵਾਲਾ, ਹੋਪਫੁਲੀ ਕਰੋਨਾ ਦਾ ਟਾਈਮ ਚਲਾ ਜਾਏ ਉਸ ਤੋਂ ਬਾਅਦ ਪੰਜਾਬ ਪੁਲਿਸ ਦਾ ਪੇਪਰ ਆਊਗਾ। ਅਤੇ ਉਸ ਤੋਂ ਬਾਅਦ ਜਿਵੇਂ ਹੁਣ ਪੰਜਾਬ ਪਟਵਾਰੀ ਦਾ ਪੇਪਰ ਇੱਕ ਵਾਰੀ ਤਾਂ ਕੈਂਸਲ ਹੋ ਗਿਆ ਅਤੇ ਨੈਕਸਟ ਜਦੋਂ ਵੀ ਹੋਏਗਾ ਉਸ ਵਿੱਚ ਵੀ ਇਹ ਟੋਪਿਕ ਆ ਸਕਦੇ ਆ, ਪੁੱਛੇ ਜਾ ਸਕਦੇ ਇਹਦੇ 'ਚ ਕੁਐਸਚਨ। ਤਾਂ ਸਭ ਤੋਂ ਪਹਿਲਾਂ ਆਪਾਂ ਪੰਜਾਬੀ ਲੈਂਗੁਏਜ ਬਾਰੇ ਗੱਲ ਕਰਦੇ ਹਾਂ। ਤਾਂ ਪੰਜਾਬੀ ਜੋ ਲੈਂਗੁਏਜ ਹੈ ਉਹ ਲਿਖੀ ਕਿਸ ਸਕ੍ਰਿਪਟ ਵਿੱਚ ਜਾਂਦੀ ਹੈ। ਜਿੱਦਾਂ ਆਪਾਂ ਊੜਾ ਐੜਾ ਲਿਖਦੇ ਹਾਂ ਨਾ, ਉਹ ਇੱਕ ਸਕ੍ਰਿਪਟ ਆ। ਉਹ ਕਿਹੜੀ ਸਕ੍ਰਿਪਟ ਵਿੱਚ ਲਿਖੀ ਜਾਂਦੀ ਹੈ? ਗੁਰਮੁਖੀ ਸਕ੍ਰਿਪਟ ਯੂਜ਼ ਕੀਤੀ ਜਾਂਦੀ ਹੈ ਪੰਜਾਬੀ ਲਿਖਣ ਲਈ। ਤਾਂ ਗੁਰਮੁਖੀ ਦਾ ਜੋ ਨੇਮ ਹੈ ਸਿੱਖ ਗੁਰੂਆਂ ਦੇ ਨਾਮ ਤੋਂ ਲਿਆ ਗਿਆ। ਜਿੱਦਾਂ ਆਪਾਂ ਗੁਰਮੁਖੀ ਨੂੰ ਕਹੀਏ, ਗੁਰਮੁਖੀ ਇਸ ਦਾ ਮਤਲਬ ਬਣਦਾ ਫਰੋਮ ਦਾ ਮਾਊਥ ਆਫ ਗੁਰੂਜ਼, ਮਤਲਬ ਗੁਰੂਆਂ ਦੇ ਮੁਖ ਦੁਆਰਾ ਬੋਲੀ ਜਾਣ ਵਾਲੀ, ਜਾਂ ਸਭ ਤੋਂ ਪਹਿਲਾਂ ਗੁਰੂਆਂ ਦੁਆਰਾ ਬੋਲੀ ਗਈ ਸੀ ਇਹ ਭਾਸ਼ਾ, ਇਸ ਕਰਕੇ ਇਸ ਦਾ ਨਾਂ ਗੁਰਮੁਖੀ ਲਿਖਿਆ ਗਿਆ। ਤਾਂ ਗੁਰਮੁਖੀ ਸਕ੍ਰਿਪਟ ਪੈਦਾ ਕਿੱਥੋਂ ਹੋਈ ਆ, ਓਰੀਜੀਨੇਟ ਕਿੱਥੋਂ ਹੋਈ ਆ? ਤਾਂ ਬਰਮੀ ਸਕ੍ਰਿਪਟ ਤੋਂ ਹੋਈ ਆ, ਯਾਦ ਰੱਖਣਾ। ਅਤੇ ਸਭ ਤੋਂ ਪਹਿਲਾਂ ਜਾਂ ਇਸ ਦੀ ਸ਼ੇਪ ਜੋ ਅੱਜ ਆਪਾਂ ਤਰਤੀਬ ਦੇਖਦੇ ਹਾਂ 35 ਅੱਖਰ ਦੀ ਜਾਂ 35 ਅੱਖਰੀ, ਉਹ ਕਿਸ ਨੇ ਲਿਖੀ ਸੀ, ਕਿਸ ਨੇ ਕੀਤੀ ਸੀ? ਤਾਂ ਗੁਰੂ ਅੰਗਦ ਦੇਵ ਜੀ ਨੇ ਸਭ ਤੋਂ ਪਹਿਲਾਂ ਇਸ ਨੂੰ, ਜਿਹੜੀ ਹੁਣ ਯੂਜ਼ ਕਰਦੇ ਆ ਪੰਜਾਬੀ ਦੇ ਗੁਰਮੁਖੀ, ਇਸ ਨੂੰ ਸ਼ੇਪ ਦਿੱਤਾ ਸੀਗਾ। ਤਾਂ ਗੁਰਮੁਖੀ 'ਚ ਟੋਟਲ 35 ਅਲਫਾਬੈਟਸ ਮਤਲਬ 35 ਅੱਖਰ ਹੁੰਦੇ ਆ, 32 ਕੌਂਸੋਨੈਂਟ ਅਤੇ 3 ਵੋਵਲ ਹੁੰਦੇ ਆ। ਤਾਂ ਪੰਜਾਬੀ ਲੈਂਗੁਏਜ ਜੇ ਆਪਾਂ ਪੰਜਾਬ ਸਟੇਟ ਦੀ ਗੱਲ ਕਰੀਏ ਤਾਂ ਓਫੀਸ਼ੀਅਲ ਲੈਂਗੁਏਜ ਕਦੋਂ ਕੀਤੀ ਗਈ ਸੀ, ਰੈਕੋਗਨਾਈਜ਼ ਕੀਤੀ ਗਈ ਸੀ? ਤਾਂ ਉਹ ਤੁਸੀਂ ਯਾਦ ਰੱਖਣਾ 13 ਅਪ੍ਰੈਲ 1968 ਵਿੱਚ ਕੀਤੀ ਗਈ ਸੀ। ਅਤੇ ਐਕਟ ਦਾ ਨਾਮ ਸੀ ਪੰਜਾਬ ਓਫੀਸ਼ੀਅਲ ਲੈਂਗੁਏਜ ਐਕਟ 1967। ਇਹ ਇੰਪੋਰਟੈਂਟ ਕੁਐਸਚਨ ਆ, ਯਾਦ ਰੱਖਣਾ। ਅਤੇ ਪੰਜਾਬੀ ਜੋ ਆਪਣੀ ਪੰਜਾਬੀ ਲੈਂਗੁਏਜ ਹੋਏ 3 ਡਾਇਲੈਕਟ, ਮਤਲਬ ਇਹਦੀਆਂ ਅੱਗੇ ਪੰਜਾਬੀ ਲੈਂਗੁਏਜ 3 ਵੱਖ ਇਹਦੇ ਭਾਗ ਹੈਗੇ ਆ। ਜਿਵੇਂ ਆਪਾਂ ਈਸਟਰਨ ਪੰਜਾਬੀ ਹੋ ਗਈ, ਵੈਸਟਰਨ ਪੰਜਾਬੀ ਮਤਲਬ ਆਪਣਾ ਪੰਜਾਬ ਹਿੰਦੁਸਤਾਨ ਦਾ, ਵੈਸਟਰਨ ਪੰਜਾਬ ਪਾਕਿਸਤਾਨ ਵਾਲਾ ਪੰਜਾਬ, ਪਹਾੜੀ ਹਿਮਾਲਿਆ ਵਾਲੀ ਸਾਈਡ ਦੀ ਹਿਮਾਚਲ ਪ੍ਰਦੇਸ਼ ਵਿੱਚ ਕੋਈ ਪੰਜਾਬੀ ਬੋਲੀ ਜਾਂਦੀ ਹੈ, ਡੋਗਰੀ ਪੰਜਾਬੀ। ਇਹ ਵੱਖ ਭਾਗ ਕੀਤੇ ਗਏ ਆ ਪੰਜਾਬੀ ਦੇ। ਇਸ ਤੋਂ ਬਾਅਦ ਆਪਾਂ ਜਿਹੜੀ ਆਪਣੀ ਇੰਡੀਆ ਦੀ ਪੰਜਾਬੀ, ਪੰਜਾਬ ਇਸ ਵਿੱਚ ਬੋਲੀ ਜਾਂਦੀ ਆ ਅਜੋਕੇ ਪੰਜਾਬ ਦੀ, ਉਸ ਨੂੰ ਅਗਾ 4 ਸਬ ਡਾਇਲੈਕਟ ਵਿੱਚ ਬਦਲਿਆ ਜਾਂਦਾ ਵੀ ਉਹਨਾਂ ਦੇ ਬੋਲਣ ਦੇ ਤਰੀਕੇ ਦੇ ਅਕੋਰਡਿੰਗ 4 ਭਾਗਾਂ 'ਚ ਹੋਰ ਵੰਡਦੇ ਆ। ਅਤੇ ਇਹ ਯਾਦ ਰੱਖਣਾ ਆਪਣੀ ਇੰਡੀਅਨ ਦੀ ਪੰਜਾਬੀ ਜੋ ਈਸਟਰਨ ਪੰਜਾਬੀ ਹੈਗੀ ਆ, ਇਹ ਯਾਦ ਰੱਖਣੀ ਹੈ, ਠੀਕ ਹੈ। ਤਾਂ ਜਿਹੜੀ 4 ਭਾਗਾਂ 'ਚ ਵੰਡਿਆ ਗਿਆ ਉਹ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ। ਅਤੇ ਇੱਕ ਕਰਕੇ ਆਪਾਂ ਸਾਰੇ ਇਹਨਾਂ ਬਾਰੇ ਪੜ੍ਹ ਲੈਂਦੇ ਹਾਂ ਕਿਹੜੇ ਆ। ਸਭ ਤੋਂ ਪਹਿਲਾਂ ਮਾਝੀ ਬਾਰੇ ਪੜ੍ਹਦੇ ਹਾਂ। ਜਿਹੜਾ ਮਾਝੀ ਹੈਗੀ ਆ ਇਹ ਮਾਝਾ ਰੀਜਨ ਦੇ ਪੰਜਾਬ ਦੇ ਜੋ ਹੈਗੇ ਆ ਉਹਨਾਂ ਵਿੱਚ ਬੋਲੀ ਜਾਂਦੀ ਹੈ। ਇਹ ਤੁਸੀਂ ਯਾਦ ਰੱਖਣਾ ਵੀ ਮਾਝੀ ਰੀਜਨ ਦੇ ਕਿਹੜੇ ਜ਼ਿਲ੍ਹੇ ਆਉਂਦੇ ਜੋ ਮਾਝੀ ਬੋਲੀ ਦੇ ਵਿੱਚ ਆਉਂਦੇ ਆ। ਤਾਂ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਇਹ 4 ਜ਼ਿਲ੍ਹੇ ਆਉਂਦੇ ਆ ਮਾਝੀ ਇਲਾਕੇ ਜਾਂ ਮਾਝੇ ਇਲਾਕੇ ਦੇ ਵਿੱਚ। ਤਾਂ ਇਸ ਨੂੰ ਟਕਸਾਲੀ ਬੋਲੀ ਵੀ ਕਿਹਾ ਜਾਂਦਾ, ਇਹ ਯਾਦ ਰੱਖਣਾ। ਉਸ ਤੋਂ ਬਾਅਦ ਆਪਾਂ ਮਲਵਈ ਦੀ ਗੱਲ ਕਰੀਏ। ਮਲਵਈ ਵਿੱਚ ਕਿਹੜੇ ਆਉਂਦੇ ਆ? ਇਹ ਮਾਲਵੇ ਰੀਜਨ ਵਿੱਚ ਜਿਹੜੀ ਪੰਜਾਬੀ ਬੋਲੀ ਜਾਂਦੀ ਉਸ ਨੂੰ ਮਲਵਈ ਕਿਹਾ ਜਾਂਦਾ।
ਤਾਂ ਇਹ ਨੌਰਦਰਨ ਡਿਸਟ੍ਰਿਕਟ ਆਫ ਦਾ ਹਰਿਆਣਾ, ਮਤਲਬ ਪੰਜਾਬ ਵਿੱਚ ਤਾਂ ਬੋਲੀ ਹੀ ਜਾਂਦੀ ਆ, ਪਰ ਕੁਝ ਨਦਰਨ ਪਾਰਟ ਆਪਣੇ ਹਰਿਆਣਾ ਦਾ ਜਿਹੜਾ ਉੱਤਰੀ ਹਿੱਸਾ ਹੈਗਾ, ਉੱਪਰਲੇ ਵਾਲਾ ਹਿੱਸਾ, ਉਸ ਵਿੱਚ ਵੀ ਇਹ ਕੁਝ ਰੀਜਨ ਹੈਗੇ ਆ ਜਿਹੜੇ ਬੋਲੇ ਜਾਂਦੇ ਆ ਮਲਵਈ ਆਪਣੇ ਪੰਜਾਬੀ ਦੇ। ਤਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਵਿੱਚ ਕਿਹੜੇ ਕਿਹੜੇ? ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਬਠਿੰਡਾ, ਬਰਨਾਲਾ, ਸੰਗਰੂਰ, ਮਾਨਸਾ, ਪਟਿਆਲਾ, ਮੋਗਾ, ਮੁਕਤਸਰ, ਲੁਧਿਆਣਾ, ਰੂਪਨਗਰ ਐਂਡ ਫਤਿਹਗੜ੍ਹ ਸਾਹਿਬ। ਠੀਕ ਹੈ ਜੀ, ਰੂਪਨਗਰ, ਰੋਪੜ, ਅਤੇ ਹਰਿਆਣਾ ਵਿੱਚ ਅੰਬਾਲਾ ਅਤੇ ਸਿਰਸਾ। ਇਹ ਸਾਰੇ ਯਾਦ ਰੱਖਣੇ ਆ ਕਿੱਥੇ ਕਿੱਥੇ ਬੋਲੀ ਜਾਂਦੀ ਆ, ਅਤੇ ਆਪਣਾ ਵੀ ਏਰੀਆ ਦੱਸਣਾ ਵੀ ਤੁਸੀਂ ਕਿਹੜੇ ਏਰੀਏ ਤੁਹਾਡੀ ਬੋਲੀ ਕਿਹੜੀ ਹੈਗੀ ਆ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਦੁਆਬੀ ਦੀ ਗੱਲ ਕਰੀਏ, ਦੁਆਬੀ ਬੋਲੀ ਕੀਤੀ ਜਾਂਦੀ। ਇਹ ਦੁਆਬੀ ਦਾ ਮਤਲਬ ਹੁੰਦਾ ਦੋ ਦਰਿਆਵਾਂ ਦੇ ਵਿਚਕਾਰ ਜਾਂ ਰਿਵਰਸ ਦੇ ਵਿਚਕਾਰ ਦੇ ਇਲਾਕੇ ਨੂੰ, ਜਿੱਦਾਂ ਇੱਕ ਰਿਵਰ ਜਾ ਰਹੀ ਆ, ਦੂਸਰੀ ਰਿਵਰ ਆ, ਇਸ ਦੇ ਵਿਚਕਾਰ ਵਾਲੇ ਇਲਾਕੇ ਨੂੰ ਦੁਆਬੀ ਕਿਹਾ ਜਾਂਦਾ। ਤਾਂ ਜਿਵੇਂ ਆਪਾਂ ਦੁਆਬ ਦੀ ਗੱਲ ਕਰੀਏ, ਪੰਜਾਬ ਦੇ ਦੁਆਬ ਸਤਲੁਜ ਅਤੇ ਬਿਆਸ ਵਿਚਕਾਰ ਦੇ, ਜਿੱਦਾਂ ਸਤਲੁਜ ਅਤੇ ਬਿਆਸ ਇਹਦੇ ਵਿਚਕਾਰ ਵਾਲੇ ਰੀਜਨ ਨੂੰ ਦੁਆਬਾ ਕਿਹਾ ਜਾਂਦਾ। ਅਤੇ ਇਹਨਾਂ 'ਚ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ ਪੰਜਾਬੀ ਦੀ, ਉਹ ਦੁਆਬੀ ਹੈ। ਅਤੇ ਇਸ ਵਿੱਚ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ, ਇਹ 4 ਜ਼ਿਲ੍ਹੇ ਆਉਂਦੇ ਆ। ਠੀਕ ਹੈ ਜੀ, ਯਾਦ ਰੱਖਣਾ ਸਾਰਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੁਆਧੀ ਦੀ। ਪੁਆਧੀ ਜਿੱਥੇ ਜਿੱਥੇ ਬੋਲੀ ਜਾਂਦੀ ਹੈ, ਰਾਜਪੁਰਾ, ਪਟਿਆਲਾ, ਰੂਪਨਗਰ, ਅਨੰਦਪੁਰ ਸਾਹਿਬ ਅਤੇ ਕਰੌਲੀ, ਖਰੜ ਅਤੇ ਕਰੌਲੀ, ਇਹ ਯਾਦ ਰੱਖਣੇ ਆ ਜੀ। ਠੀਕ ਹੈ ਜੀ, ਕਿੱਥੇ ਕਿੱਥੇ ਕਿਹੜੀ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ, ਇਹ ਕੁਐਸਚਨ ਮੋਸਟਲੀ ਪੁੱਛ ਲਿਆ ਜਾਂਦਾ। ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬੀ ਲਿਟਰੇਚਰ ਬਾਰੇ। ਤਾਂ ਪੰਜਾਬੀ ਲਿਟਰੇਚਰ ਬਾਰੇ ਦੇਖੀਏ ਤਾਂ ਕਾਫੀ ਡੀਪ ਵਿੱਚ ਆਪਾਂ ਨੂੰ ਪੜ੍ਹਨ ਦੀ ਜ਼ਿਆਦਾ ਲੋੜ ਨਹੀਂ। ਆਪਾਂ ਇਸ ਨੂੰ ਕਲਾਸੀਕਲ ਅਤੇ ਮਾਡਰਨ 2 ਪਾਰਟਾਂ ਵਿੱਚ ਵੰਡ ਕੇ ਕਰਾਂਗੇ। ਅਤੇ ਇਸ ਵਿੱਚ ਜਿਹੜੇ ਵੀ ਕਵੀ ਆਉਣਗੇ ਉਹਨਾਂ ਬਾਰੇ, ਜਿਹੜੇ ਮੇਨ ਹੈਗੇ ਉਹਨਾਂ ਬਾਰੇ ਤਾਂ ਮੈਂ ਲਿਖ ਦਿੱਤਾ। ਬਾਕੀ ਜਿਨ੍ਹਾਂ ਦੀ ਬੁੱਕਸ ਬਾਰੇ ਲਿਖਿਆ ਅਤੇ ਉਹਨਾਂ ਦੀ ਕਿਹੜੇ ਕਵੀ ਆ ਅਤੇ ਉਹਨਾਂ ਦੀ ਕਿਹੜੀ ਬੁੱਕਸ ਆ, ਉਹਨਾਂ ਬਾਰੇ ਹੀ ਲਿਖਿਆ, ਉਹ ਤੁਸੀਂ ਸਾਰੇ ਦੇਖ ਲਿਓ। ਸਭ ਤੋਂ ਪਹਿਲਾਂ ਆਪਾਂ ਕਲਾਸੀਕਲ ਜਾਂ ਜਿਹਨੂੰ ਸੂਫੀ ਕਾਵਿ ਕਹਿੰਦੇ ਆ, ਸੂਫੀ ਕਾਵਿ ਦੇ ਸਭ ਤੋਂ ਪਹਿਲੇ ਮੋਢੀ ਸ਼ੇਖ ਫਰੀਦ, ਬਾਬਾ ਫਰੀਦ ਜੀ ਨੂੰ ਕਿਹਾ ਜਾਂਦਾ। ਅਤੇ ਉਹਨਾਂ ਦਾ ਜਨਮ ਕੋਠੇਵਾਲ ਵਿੱਚ ਮੁਲਤਾਨ ਦੇ ਨੇੜੇ 1173 ਵਿੱਚ ਹੋਇਆ ਸੀਗਾ। ਠੀਕ ਹੈ ਜੀ। ਅਤੇ ਉਹਨਾਂ ਨੂੰ ਸੂਫੀ ਕਾਲ ਦਾ ਫਾਊਂਡਰ ਵੀ ਕਿਹਾ ਜਾਂਦਾ। ਖਵਾਜਾ ਕੁਤਬਉਦੀਨ ਬਖਤਿਆਰ ਕਾਕੀ ਦੇ ਉਹ ਆਪਾਂ ਕਹਿ ਸਕਦੇ ਹਾਂ ਸਿੱਖ ਚੇਲੇ ਸਨ, ਜਾਂ ਉਹਨਾਂ ਦੇ ਸਟੂਡੈਂਟ ਸਨ, ਆਪਾਂ ਸਟੂਡੈਂਟ ਕਹਿ ਲੈਂਦੇ ਹਾਂ। ਤਾਂ ਇਹਨਾਂ ਦੇ ਜੋ 4 ਸ਼ਬਦ ਅਤੇ 112 ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਐਡ ਹੈਗੇ ਆ। ਇਹ ਯਾਦ ਰੱਖਣਾ ਜ਼ਰੂਰੀ ਕੁਐਸਚਨ ਆ। ਇਹ ਪੁੱਛ ਲਿਆ ਜਾਂਦਾ ਕਿ ਬਾਬਾ ਸ਼ੇਖ ਫਰੀਦ ਦੇ ਕਿੰਨੇ ਸ਼ਬਦ ਜਾਂ ਕਿੰਨੇ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੇ ਹੋਏ ਆ। ਉਸ ਤੋਂ ਬਾਅਦ ਆਪਾਂ ਗੁਰੂ ਨਾਨਕ ਦੇਵ ਜੀ ਕਵੀ ਗਿਣੇ ਜਾਂਦੇ ਆ ਕਲਾਸਿਕ ਦੇ। ਤਾਂ ਇਹ ਫਸਟ ਸਿੱਖ ਗੁਰੂ ਵੀ ਹੈਗੇ ਆ ਆਪਣੇ ਗੁਰੂ ਨਾਨਕ ਦੇਵ ਜੀ। ਤਾਂ ਆਪਾਂ ਗੱਲ ਕਰਦੇ ਹਾਂ ਅਤੇ ਇਹਨਾਂ ਦੀ ਕੰਪੋਜੀਸ਼ਨ ਦੇਖ ਲਿਆ, ਇਹਨਾਂ ਨੇ ਕੀ ਲਿਖਿਆ ਸੀਗਾ। ਜਪਜੀ ਸਾਹਿਬ, ਸਿੱਧ ਗੋਸ਼ਾ, ਦੱਖਣੀ ਓਂਕਾਰ, ਕੀਰਤਨ ਸੁਹੇਲਾ ਅਤੇ 12 ਮਾਹ, ਇਹ ਰਚਨਾਵਾਂ ਹੈਗੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ। ਇਹ ਸਾਰੀਆਂ ਯਾਦ ਕਰ ਲੈਣੀਆਂ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ। ਅੰਗਦ ਦੇਵ ਜੀ ਜੋ ਆਪਣੇ ਗੁਰੂ ਅੰਗਦ ਦੇਵ ਜੀ ਸੀ, ਉਹਨਾਂ ਦੀ ਕਿਹੜੀ ਰਚਨਾਵਾਂ ਹੈਗੀਆਂ? ਆਦਿ ਗ੍ਰੰਥ, ਸੁਖਮਨੀ ਸਾਹਿਬ, ਗੌੜੀ, ਮੱਝ ਅਤੇ 12 ਅੱਖਰ। ਠੀਕ ਹੈ ਜੀ। ਇਹ ਸਾਰਾ ਯਾਦ ਰੱਖਣਾ ਗੁਰੂ ਅਰਜਨ ਦੇਵ ਜੀ ਨੇ ਕਿਹੜੀ ਰਚਨਾਵਾਂ ਕੀਤੀਆਂ ਸੀਗੀਆਂ, ਕਿਹੜੀ ਅਤੇ ਆਦਿ ਗ੍ਰੰਥ 'ਚ ਗੁਰੂ ਨਾਨਕ ਦੇਵ ਜੀ ਨੇ ਜੋ ਲਿਖਿਆ ਸੀਗਾ ਆਦਿ ਗ੍ਰੰਥ, ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਜਿਹੜੀ ਬਾਣੀ ਗੁਰੂ ਨਾਨਕ ਦੇਵ ਜੀ ਸੀ ਬਾਬਾ ਸ਼ੇਖ ਫਰੀਦ ਦੀ ਸੀਗੀ। ਅਤੇ ਜੇ ਉਸ ਤੋਂ ਪਹਿਲਾਂ ਜਿੰਨੇ ਵੀ 4 ਗੁਰੂ ਸੀ ਉਹਨਾਂ ਦੀ ਜੋ ਬਾਣੀ ਸੀ ਇਕੱਠੀ ਕਰਕੇ ਲਿਖੀ ਸੀ, ਤਾਂ ਉਸਨੂੰ ਆਦਿ ਗ੍ਰੰਥ ਕਿਹਾ ਜਾਂਦਾ। ਅਤੇ ਆਦਿ ਗ੍ਰੰਥ ਵਿੱਚ 4 ਗੁਰੂਆਂ ਦੀ ਬਾਣੀ ਅਤੇ ਗੁਰੂ ਅਰਜਨ ਦੇਵ ਜੀ ਦੀ ਖੁਦ ਦੀ ਵੀ ਬਾਣੀ ਆ। ਤਾਂ ਸ਼ੇਖ ਫਰੀਦ, ਕਬੀਰ ਅਤੇ ਰਵਿਦਾਸ ਜੀ ਵੀ ਬਾਣੀ ਆਦਿ ਗ੍ਰੰਥ ਵਿੱਚ ਸ਼ਾਮਿਲ ਹੈ, ਜਿਹੜੀ ਕਿ ਗੁਰੂ ਅਰਜਨ ਦੇਵ ਜੀ ਦੁਆਰਾ ਲਿਖੀ ਗਈ ਸੀ ਆਦਿ ਗ੍ਰੰਥ ਵਿੱਚ। ਠੀਕ ਹੈ ਜੀ, ਇਹ ਯਾਦ ਰੱਖਣਾ। ਉਸ ਤੋਂ ਬਾਅਦ ਆਪਾਂ ਰਾਈਟਰ ਹੁਣ ਦੇਖਾਂਗੇ। ਇੱਕ ਸਾਈਡ ਇੱਥਾਂ ਰਾਈਟਰ ਹੋਣਗੇ ਆਥਰ, ਦੂਸਰੀ ਸਾਈਡ ਆਪਾਂ ਉਹਨਾਂ ਦੀ ਕੰਪੋਜੀਸ਼ਨ ਦੇਖਦੇ ਜਾਵਾਂਗੇ। ਇਹ ਮੋਟੀਆਂ ਤੁਸੀਂ 1-2 ਵਾਰੀ ਯਾਦ ਕਰ ਲਓਗੇ ਤਾਂ ਕੁਝ ਯਾਦ ਰਹਿ ਜਾਣਗੇ ਦਿਮਾਗ 'ਚ। ਕੋਈ ਕੁਐਸਚਨ ਇਹਨਾਂ 'ਚ ਪੁੱਛਿਆ ਜਾ ਸਕਦਾ, ਕੋਈ ਰਚਨਾ ਪੁੱਛ ਲੈਣਗੇ ਇਹਦੇ ਰਾਈਟਰ ਕੌਣ ਆ। ਅਤੇ ਇਹ ਯਾਦ ਰੱਖਣੀਆਂ ਥੋੜ੍ਹੀਆਂ ਜ਼ਿਆਦਾ ਹੈਗੀਆਂ, ਬਟ ਜਿੰਨੀਆਂ ਹੋ ਸਕਣ ਉਨੀਆਂ ਯਾਦ ਕਰ ਲਿਓ। ਠੀਕ ਹੈ ਜੀ। ਤਾਂ ਪਹਿਲਾਂ ਆਪਾਂ ਕਰਦੇ ਹਾਂ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਦੀ ਰਚਨਾ ਵਰਨ ਕਵਿਤ ਸਵਈਆ। ਇੱਕ ਗੱਲ ਹੋਰ, ਇਹ ਰਚਨਾਵਾਂ
ਇੰਪੋਰਟਡ ਰਚਨਾਵਾਂ ਲਿਖੀਆਂ ਹੋਈਆਂ। ਵੈਸੇ ਤਾਂ ਇਹਨਾਂ ਦੇ ਬਹੁਤ ਸਾਰੀਆਂ ਰਚਨਾਵਾਂ ਸੀ, ਬਟ ਜਿਹੜੀਆਂ ਇੰਪੋਰਟਡ ਹੈਗੀਆਂ, ਜਿਹੜੀਆਂ ਕੁਐਸਚਨ ਪੁੱਛੇ ਜਾ ਸਕਦੇ ਉਹੀ ਲਿਖੀਆਂ ਹੋਈਆਂ, ਇਹ ਯਾਦ ਰੱਖਣਾ। ਠੀਕ ਹੈ ਜੀ। ਤਾਂ ਭਾਈ ਗੁਰਦਾਸ ਜੀ, ਭਾਈ ਗੁਰਦਾਸ ਜੀ ਰਚਨਾ ਕਿਹੜੀ? ਵਰਨ ਕਬਿਤ ਸਵਈਆ। ਠੀਕ ਹੈ ਜੀ। ਸ਼ਾਹ ਹੁਸੈਨ ਦੀ ਗੱਲ ਕਰੀਏ ਤਾਂ ਅੱਖ ਨੀ ਮਾਏ ਅੱਖ, ਅਲਮਾਂ ਦੇ ਉੱਪਰ ਹੋਣ ਨਿਬੇੜੇ, ਮੈਂ ਨੀ ਕਿਨੂੰ ਆਖਾਂ। ਠੀਕ ਹੈ ਜੀ। ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਵਾਂ ਜਪਜੀ ਸਾਹਿਬ, ਇਹ ਇੰਪੋਰਟੈਂਟ ਆ ਜੀ, ਇਹ ਯਾਦ ਰੱਖਣੇ ਆ। ਬੁੱਲੇ ਸ਼ਾਹ ਜੀ, ਇਹ ਵੀ ਇੰਪੋਰਟੈਂਟ ਆ। ਜਪਜੀ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਚਿੱਤਰਣ, ਚੰਡੀ ਦੀ ਵਾਰ, ਗਿਆਨ ਪ੍ਰਬੋਧ, 24 ਅਵਤਾਰ, ਖਾਲਸਾ ਦੀ ਮਹਿਮਾ, ਸਵਾਲਿਆ ਅਤੇ ਜਫਰਨਾਮਾ। ਇਹਨਾਂ ਹੀ ਇੰਪੋਰਟੈਂਟ, ਜਿਵੇਂ ਜਫਰਨਾਮਾ ਹੋ ਗਿਆ ਜੀ, ਅਕਾਲ ਉਸਤਤ, ਜਪਜੀ ਸਾਹਿਬ, ਚੰਡੀ ਦੀ ਵਾਰ, ਇਹ ਜ਼ਿਆਦਾ ਇੰਪੋਰਟੈਂਟ ਆ। ਇਹ ਤੁਸੀਂ ਯਾਦ ਰੱਖਣੇ ਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਵਾਂ। ਠੀਕ ਹੈ ਜੀ। ਉਸ ਤੋਂ ਬਾਅਦ ਬੁੱਲੇ ਸ਼ਾਹ ਦੀ ਗੱਲ ਕਰੀਏ ਤਾਂ ਬੁੱਲੇ ਸ਼ਾਹ ਦੀ ਸਭ ਤੋਂ ਪਹਿਲਾਂ ਬੁੱਲੇ ਸ਼ਾਹ ਦੀਆਂ ਕਾਫੀਆਂ ਤਾਂ ਯਾਦ ਰੱਖਣੀਆਂ। ਉਸ ਤੋਂ ਬਾਅਦ ਬੁੱਲਾ ਕੀ ਜਾਣਾ ਮੈਂ ਕੌਣ, ਇੰਪੋਰਟੈਂਟ ਆ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ, ਮੱਕਾ ਗਿਆ ਗੱਲ ਮੁੱਕਦੀ ਨਹੀਂ ਹੋ। ਇਹ ਤਿੰਨ ਦਿੱਤੀਆਂ ਹੋਈਆਂ, ਤਿੰਨੇ ਹੀ ਇੰਪੋਰਟੈਂਟ ਆ ਜੀ, ਯਾਦ ਰੱਖ ਲਿਓ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਭਾਈ ਕਾਨ੍ਹ ਸਿੰਘ ਨਾਭਾ। ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਗੁਰਸ਼ਬਦ ਰਤਨਕਾਰ ਮਹਾਕੋਸ਼, ਇਹ ਯਾਦ ਰੱਖਣਾ ਜੀ। ਭਾਈ ਕਾਨ੍ਹ ਸਿੰਘ ਦੁਆਰਾ ਜੋ ਸ਼ਬਦ ਕੋਸ਼ ਬਣਾਇਆ ਗਿਆ ਸੀ, ਰਤਨਕਾਰ ਮਹਾਕੋਸ਼, ਇਹ ਸਿੱਖ ਇਨਸਾਈਕਲੋਪੀਡੀਆ, ਮਤਲਬ ਸਿੱਖ ਇਤਿਹਾਸ ਬਾਰੇ ਇਸ ਵਿੱਚ ਸਭ ਕੁਝ ਲਿਖਿਆ ਹੋਇਆ, ਤਾਂ ਕਰਕੇ ਇਸ ਨੂੰ ਸਿੱਖ ਇਨਸਾਈਕਲੋਪੀਡੀਆ ਵੀ ਲਿਖਿਆ ਜਾਂਦਾ। ਜੋ ਲਿਖਿਆ ਸੀਗਾ ਭਾਈ ਕਾਨ੍ਹ ਸਿੰਘ ਨੇ, ਗੁਰੂ ਸ਼ਬਦ ਰਤਨਕਾਰ ਮਹਾਕੋਸ਼। ਠੀਕ ਹੈ ਜੀ। ਹਮ ਹਿੰਦੂ ਨਹੀਂ, ਗੁਰਮਤ ਪ੍ਰਭਾਕਾਰ, ਗੁਰਮਤ ਸੁਧਾਕਾਰ ਅਤੇ ਚੰਡੀ ਦੀ ਵਾਰ, ਇਹ ਯਾਦ ਰੱਖਣਾ। ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਸੀ ਅਤੇ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਲਿਖੀ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਭਾਈ ਵੀਰ ਸਿੰਘ ਦੀ। ਭਾਈ ਵੀਰ ਸਿੰਘ ਦੀ ਰਚਨਾਵਾਂ ਸੁੰਦਰੀ, ਦਿਲ ਤਰੰਗ, ਤਰਲੇ ਤੁਪਕੇ, ਤਰੇਲ ਤੁਪਕੇ, ਬਿਜਲੀ ਦੇ ਹਾਰ ਐਂਡ ਮੇਰੇ ਸਾਈਂ ਜੀਓ। ਠੀਕ ਹੈ ਜੀ। ਕਿਰਪਾ ਸਾਗਰ, ਉਹਨਾਂ ਦੀ ਲਕਸ਼ਮੀ ਦੇਵੀ, ਮਹਾਰਾਜਾ ਰਣਜੀਤ ਸਿੰਘ, ਮਾਨਤਰੰਗ। ਠੀਕ ਹੈ ਜੀ। ਇਹ ਰਚਨਾਵਾਂ ਹੈਗੀਆਂ, ਇੱਕ ਦੋ ਵਾਰੀ ਪੜ੍ਹ ਲੈਣਾ, ਯਾਦ ਰਹਿ ਜਾਣਗੀਆਂ ਜਿੰਨੀਆਂ ਹੋ ਸਕਣ। ਠੀਕ ਹੈ ਜੀ। ਤਾਂ ਅੱਗੇ ਆਪਾਂ ਗੱਲ ਕਰਦੇ ਧਨੀ ਰਾਮ ਚਾਤਰਿਕ ਜੀ, ਜੋ ਹੈਗੇ ਆ ਰਮਤੀ ਸੇਠ, ਨੂਰ ਜਹਾਨ ਬਾਦਸ਼ਾਹ ਬੇਗਮ, ਫੁੱਲਾਂ ਦੀ ਟੋਕਰੀ। ਫਿਰ ਉਸ ਤੋਂ ਬਾਅਦ ਆਉਂਦੇ ਪ੍ਰੋਫੈਸਰ ਪੂਰਨ ਸਿੰਘ, ਖੁੱਲੇ ਮੈਦਾਨ, ਖੁੱਲੇ ਗੁੰਡ, ਖੁੱਲੇ ਲੇਖ ਐਂਡ ਖੁੱਲੇ ਆਸਮਾਨੀ ਰੰਗ। ਠੀਕ ਹੈ ਜੀ। ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾਵਾਂ ਸਿਰਫ ਖੁੱਲੇ ਨਾਲ ਯਾਦ ਰੱਖ ਲਿਓ ਜੇ ਸਾਰੇ ਖੁੱਲੇ ਜਿੱਥੇ ਆ ਜਾਏਗਾ ਉਹ ਪ੍ਰੋਫੈਸਰ ਪੂਰਨ ਸਿੰਘ ਨੇ ਹੀ ਲਿਖਿਆ ਹੋਇਆ। ਠੀਕ ਹੈ ਜੀ। ਈਜ਼ੀ ਹੋ ਗਿਆ। ਠੀਕ ਹੈ, ਕੁਛ ਯਾਦ ਕਰਨੇ ਹੈ ਨਾ। ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ, ਪਰੇਸ਼ਾਨ ਲੰਬੀ ਉਮਰ, ਮੇਰੇ ਜੋਖੜੇ ਚੋਂ ਐਂਡ ਰੁੱਖਾਂ ਦੀ ਜਿਰੰਦ, ਨਵਾਂ ਸ਼ਿਵਲਾ ਅਤੇ ਮੇਰੀਆਂ ਬੋਲ ਯਾਦਾਂ। ਅੱਜ ਦੇ ਰੁੱਖਾਂ ਦੀ ਜਿਰੰਦ, ਨਵਾਂ ਸ਼ਿਵਲਾ ਅਤੇ ਮੇਰੀਆਂ ਬੋਲ ਯਾਦਾਂ, ਇਹ ਤਿੰਨ ਇੰਪੋਰਟੈਂਟ ਆ, ਇਹ ਤਾਂ ਜ਼ਰੂਰ ਹੀ ਯਾਦ ਰੱਖਣੀਆਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ। ਠੀਕ ਹੈ ਜੀ। ਉਸ ਤੋਂ ਬਾਅਦ ਜੋ ਨੈਕਸਟ ਆਉਂਦੇ ਆ ਈਸ਼ਵਰ ਚੰਦਰ ਨੰਦਾ, ਤਾਂ ਇਹਨਾਂ ਦੇ ਸੁਹਾਗ ਬੇਬੇ, ਰਾਮ ਭਜਨੀ, ਲਿਲੀ ਦਾ ਵਿਆਹ। ਠੀਕ ਹੈ ਜੀ। ਉਸ ਤੋਂ ਬਾਅਦ ਨਾਨਕ ਸਿੰਘਾਂ ਦੇ ਚਿੱਟਾ ਲਹੂ, ਪਵਿੱਤਰ ਪਾਪੀ ਅਤੇ ਦੋ ਇੰਪੋਰਟੈਂਟ, ਚਿੱਟਾ ਲਹੂ ਅਤੇ ਪਵਿੱਤਰ ਪਾਪੀ, ਇਹ ਯਾਦ ਰੱਖਣੇ ਇੰਪੋਰਟੈਂਟ ਹੈਗੀਆਂ। ਠੀਕ ਹੈ ਜੀ। ਕੌਣ ਦੀ ਸੁਹੇਲੇ, ਕੱਟੀ ਹੋਈ ਪਤੰਗ, ਇੱਕ ਮਿਆਨ ਦੋ ਤਲਵਾਰਾਂ, ਇਹ ਵੀ ਇੰਪੋਰਟੈਂਟ ਹੈਗਾ ਨਾਨਕ ਸਿੰਘ ਦਾ ਜੋ ਵੀ ਰਚਨਾ ਹੈਗੀ ਹੈ। ਠੀਕ ਹੈ ਜੀ। ਅਤੇ ਖੂਨੀ ਵਿਸਾਖੀ। ਉਹਦੇ ਬਾਅਦ ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਕਰਦੇ ਹਾਂ ਤਾਂ 97 ਪਾਤਰ, ਵੱਡਾ ਵੇਲਾ, ਜਿੰਦਰੇ ਬੂਹੇ, ਕੱਚ ਸੱਚ ਅਤੇ ਆਵਾਜ਼ਾਂ, ਇਹ ਯਾਦ ਰੱਖਣੀਆਂ ਇੰਪੋਰਟੈਂਟ ਹੈਗੀਆਂ ਸਾਰੀਆਂ। ਉਸ ਤੋਂ ਬਾਅਦ ਆਉਂਦੇ ਗੁਰਦਿਆਲ ਸਿੰਘ ਅੰਨੇ ਘੋੜੇ ਦਾ ਦਾਨ, ਸੱਗੀ ਫੁੱਲ, ਕੁੱਤਾ ਅਤੇ ਆਦਮੀ, ਬੇਗਾਨਾ ਪਿੰਡ। ਠੀਕ ਹੈ ਜੀ। ਬਲਰਾਜ ਸਾਹਨੀ ਦੀ ਕਿਹੜੀਆਂ ਹੈਗੀਆਂ? ਮੇਰਾ ਪਾਕਿਸਤਾਨ ਸਫ਼ਰ, ਮੇਰਾ ਰੂਸੀ ਸਫ਼ਰਨਾਮਾ, ਮੇਰੀ ਫਿਲਮੀ ਆਤਮ ਕਥਾ, ਆਟੋਬਾਇਓਗ੍ਰਾਫੀ ਹੈਗੀ ਹੈ ਜੀ। ਤਾਂ ਸ਼ਬਦਾਂ ਦਾ ਡਰਿੰਕ, ਇੱਕ ਸਫ਼ਰ ਦਾਸਤਾਨ। ਠੀਕ ਹੈ ਜੀ। ਬਲਵੰਤ ਗਾਰਗੀ, ਲੋਹਕੁੱਟ, ਕੇਸਰੋ, ਸੋਹਣੀ, ਮਹੀਵਾਲ, ਸਕੂਨ, ਮਿਰਜ਼ਾ ਸਾਹਿਬਾ, ਧੂਣੀ ਦੀ ਅੱਗ,
ਰੰਗਮੰਚ ਦਾ ਨੇਕਡ ਟ੍ਰਾਇੰਗਲ। ਠੀਕ ਹੈ ਜੀ। ਜਿੰਨੀਆਂ ਵੀ ਮੈਂ ਰਚਨਾਵਾਂ ਦੇਖ ਰਿਹਾ ਤਾਂ ਸਕਰੀਨਸ਼ਾਟ ਤੁਸੀਂ ਲੈ ਕੇ ਰੱਖ ਲਿਓ, ਇੱਕ ਕਾਪੀ 'ਤੇ ਨੋਟ ਕਰ ਲਿਓ, ਅਤੇ ਇੱਕ ਦੋ ਵਾਰੀ ਤੁਸੀਂ ਇਹਨਾਂ ਨੂੰ ਦੇਖ ਲਓਗੇ, ਕੁਝ ਆਪਣੇ ਮਾਇੰਡ 'ਚ ਰਹਿ ਜਾਣਗੀਆਂ। ਤਾਂ ਜੇ ਕੋਈ ਕੁਐਸਚਨ ਆਉਂਦਾ ਤਾਂ ਈਜ਼ੀਲੀ ਇਹਨਾਂ ਵਿੱਚੋਂ ਪੁੱਛ ਕੇ ਆਪਾਂ ਦੱਸ ਸਕਦੇ ਹਾਂ। ਤਾਂ ਆਪਾਂ ਹੁਣ ਨੈਕਸਟ ਕਰਤਾਰ ਸਿੰਘ ਦੁੱਗਲ, ਇਹਨਾਂ ਦਾ ਡੰਗਰ, ਇੱਕ ਚਿੱਟ ਚਿੰਨ੍ਹਾਂ ਦੀ, ਸੁੰਨਰ ਬੰਗਲਾ, ਤਰਕਾਲਾਂ ਵੇਲੇ। ਠੀਕ ਹੈ ਜੀ। ਅੰਮ੍ਰਿਤਾ ਪ੍ਰੀਤਮ, ਪਿੰਜਰਾ, ਲੋਕਪੀੜ, ਸਾਗਰ ਔਰ ਸਪੀਨ, ਰਸਦੀ ਟਿਕਟ, ਸੁਨੇਹੇ, ਕਾਗਜ਼ ਤੋਂ ਕਨਵਾਸ, ਅੱਜ ਆਖਾਂ ਵਾਰਿਸ ਸ਼ਾਹ ਨੂੰ। ਆਹ ਇੰਪੋਰਟੈਂਟ ਹੈਗਾ ਜੀ, ਅੰਮ੍ਰਿਤਾ ਪ੍ਰੀਤਮ ਦੀ ਅੱਜ ਆਖਾਂ ਵਾਰਿਸ ਸ਼ਾਹ ਨੂੰ, ਇਹ ਯਾਦ ਰੱਖਣਾ ਜੀ। ਠੀਕ ਹੈ ਜੀ। ਜਸਵੰਤ ਸਿੰਘ ਕਨਵਾਲ, ਲੋਹ ਦੀ ਲੋਹ, ਪੰਜਾਬ ਤੇਰਾ ਕੀ ਬਣੂ, ਅਤੇ ਮਿੱਤਰ ਪਿਆਰੇ ਨੂੰ। ਠੀਕ ਹੈ ਜੀ। ਜਸਵੰਤ ਸਿੰਘ ਕਨਵਾਲ। ਦਲੀਪ ਸਿੰਘ ਟਿਵਾਣਾ, ਇਹੋ ਹਮਾਰਾ ਜੀਵਨ, ਅਤੇ ਨੰਗੇ ਪੈਰੀਆਂ ਦਾ ਸਫ਼ਰ। ਠੀਕ ਹੈ ਜੀ। ਸ਼ਿਵ ਕੁਮਾਰ ਬਟਾਲਵੀ, ਪੀੜਾਂ ਦਾ ਪਰਾਗ, ਮੈਨੂੰ ਵਿਦਾ ਕਰੋ, ਬਿਰਹਾ ਦਾ ਸੁਲਤਾਨ, ਅਤੇ ਲੂਣਾ। ਇਹ ਇੰਪੋਰਟੈਂਟ ਹੈਗੀਆਂ ਸਾਰੀਆਂ ਸ਼ਿਵ ਕੁਮਾਰ ਬਟਾਲਵੀ ਦੀ। ਠੀਕ ਹੈ ਜੀ। ਨੈਕਸਟ ਆਪਾਂ ਪੜ੍ਹਦੇ ਹਾਂ ਸੁਰਜੀਤ ਪਾਤਰ ਦੀ, ਹਵਾ ਵਿੱਚ ਲਿਖੇ ਹਰਫ, ਹਨੇਰੇ ਵਿੱਚ ਸੁਲਗਦੀ ਵਰਨਮਾਲਾ, ਲਫ਼ਜ਼ਾਂ ਦੀ ਦਰਗਾਹ। ਠੀਕ ਹੈ। ਹਰਭਜਨ ਸਿੰਘ ਦੀ ਲਿਖੀ ਹੋਈ, ਰੁੱਖ ਅਤੇ ਰਿਸ਼ੀ, ਅਤੇ ਬਲਵੰਤ ਭਗਤ ਸਿੰਘ ਦੀ ਲਿਖੀ ਵਾਈ ਐਮ ਅਥੀਸਟ। ਠੀਕ ਹੈ ਜੀ। ਇਹ ਯਾਦ ਰੱਖਣੀ ਆ, ਭਗਤ ਸਿੰਘ ਅਤੇ ਹਰਭਜਨ। ਗੱਲ ਕਰਦੇ ਹਾਂ ਪੰਜਾਬੀ ਆਰਟ ਐਂਡ ਕਲਚਰ ਨਾਲ ਰਿਲੇਟਡ ਜੋ ਆਪਣੇ ਪੰਜਾਬ ਦੇ ਅਵਾਰਡ ਹੈਗੇ ਆ ਉਹਨਾਂ ਬਾਰੇ। ਠੀਕ ਹੈ ਜੀ। ਪੰਜਾਬ ਦਾ ਜੋ ਪੰਜਾਬੀ ਸਾਹਿਤ ਨਾਲ ਰਿਲੇਟਡ ਅਵਾਰਡ ਹੈਗੇ ਆ, ਇਹ ਦੂਸਰੀਆਂ ਲੈਂਗੁਏਜ ਨਾਲ ਵੀ ਰਿਲੇਟਡ ਹੈਗਾ, ਬਟ ਆਪਾਂ ਪੰਜਾਬ ਦੇ ਅਕੋਰਡਿੰਗ ਦੇਖ ਰਹੇ ਹਾਂ। ਤਾਂ ਪੰਜਾਬ ਵਿੱਚ ਆਪਾਂ ਦੇਖਾਂਗੇ ਕਿਹਨਾਂ ਨੂੰ ਇਹ ਅਵਾਰਡ ਮਿਲਿਆ, ਅਤੇ ਕਦੋਂ ਮਿਲਿਆ, ਅਤੇ ਕਿਹੜੀ ਰਚਨਾ ਕਰਕੇ ਮਿਲਿਆ। ਠੀਕ ਹੈ ਜੀ। ਤਾਂ ਆਪਾਂ ਦੇਖਦੇ ਹਾਂ ਇਸ ਵੀਡੀਓ 'ਚ। ਠੀਕ ਹੈ। ਪਹਿਲਾਂ ਆਪਾਂ ਦੇਖਦੇ ਹਾਂ ਜੋ ਜਨਪਿਤ ਅਵਾਰਡ ਹੈਗਾ, ਇਹ ਸਭ ਤੋਂ ਵੱਡਾ ਜਾਂ ਮੋਸਟ ਪ੍ਰੀਸ਼ੀਅਸ ਲਿਟਰੇਸੀ ਅਵਾਰਡ ਹੈਗਾ, ਸਭ ਤੋਂ ਵੱਡਾ ਕੰਟਰੀ ਦਾ ਅਵਾਰਡ ਹੈ ਜੀ ਜਨਪਿਤ। ਇਹ ਜੋ ਅਵਾਰਡ ਹੈਗਾ, ਇਹ ਸਭ ਤੋਂ ਪਹਿਲਾਂ ਜਾਂ ਇੰਸਟੀਟਿਊਟ ਕਦੋਂ ਕੀਤਾ ਗਿਆ ਸੀ, ਕਦੋਂ ਇਹ ਬਣਾਇਆ ਗਿਆ ਸੀ, 1961 ਵਿੱਚ ਬਣਾਇਆ ਗਿਆ ਸੀਗਾ। ਅਤੇ ਫਸਟ ਅਵਾਰਡ ਜੋ ਦਿੱਤਾ ਗਿਆ ਸੀ 1965 ਵਿੱਚ ਦਿੱਤਾ ਗਿਆ ਸੀਗਾ। ਤਾਂ ਸਭ ਤੋਂ ਪਹਿਲਾਂ ਮਿਲਿਆ ਸੀ ਜੀ ਸ਼ੰਕਰਾ ਕਰਪ ਨੂੰ ਮਿਲਿਆ ਸੀਗਾ, ਜੋ ਮਲਿਆਲਮ ਰਾਈਟਰ ਹੈਗਾ ਸੀ, ਸਭ ਤੋਂ ਪਹਿਲਾ ਅਵਾਰਡ ਉਹਨੂੰ ਮਿਲਿਆ ਸੀ। ਤਾਂ ਐਲੀਜੀਬਲ ਦੇਖੀਏ ਇਹਦੇ 'ਚ ਕੌਣ ਐਲੀਜੀਬਲ ਹੋ ਸਕਦਾ ਜਾਂ ਕਿਹਨੂੰ ਮਿਲਦਾ ਇਹ ਅਵਾਰਡ, ਐਨੀ ਇੰਡੀਅਨ ਸਿਟੀਜ਼ਨ ਹੂ ਰਾਈਟ ਓਫੀਸ਼ੀਅਲ ਲੈਂਗੁਏਜ, ਮਤਲਬ ਆਪਣੀ ਇੰਡੀਆ ਜਿਹੜੀਆਂ ਓਫੀਸ਼ੀਅਲ ਲੈਂਗੁਏਜ ਨਾਲ ਰਿਲੇਸ਼ਨ ਰੱਖਦੀਆਂ ਲੈਂਗੁਏਜ ਜਿੰਨੀਆਂ ਬਾਈ ਲੈਂਗੁਏਜ ਹੈਗੀਆਂ ਉਹਨਾਂ ਨਾਲ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਕੋਈ ਰਚਨਾ ਲਿਖਦਾ ਜਿਹੜੀ ਬਹੁਤ ਹੀ ਫੇਮਸ ਹੁੰਦੀ ਹੈ, ਤਾਂ ਉਸ ਜਾਂ ਡੂੰਘੇ ਮਤਲਬ ਰੱਖਦੀ ਹੈ, ਉਸ ਦੇ ਆਧਾਰਿਤ ਇਹਨੂੰ ਦਿੱਤਾ ਜਾਂਦਾ। ਅਤੇ ਇਹ ਜੋ ਪ੍ਰੈਜੈਂਟਡ ਬਾਏ ਇਹ ਭਾਰਤੀ ਜਨਪਿਤ ਇੱਕ ਟਰਸਟ ਫਾਊਂਡਡ ਹੈਗੀ ਹੈ, ਟਰਸਟ ਹੈਗੀ ਹੈ ਜਿਹੜੀ ਭਾਰਤੀ ਜਨਪਿਤ, ਉਹਦੇ ਦੁਆਰਾ ਇਹ ਦਿੱਤਾ ਜਾਂਦਾ, ਅਤੇ ਜੋ ਕਿ ਸਾਹੂ ਜੈਨ ਫੈਮਿਲੀ ਦੁਆਰਾ ਇਹ ਜੋ ਅਵਾਰਡ ਸੀ ਸ਼ੁਰੂ ਕਰਾਇਆ ਗਿਆ ਸੀਗਾ, ਜਿਹੜੇ ਕਿ ਪਬਲਿਸ਼ਰ ਹੈਗੇ ਸੀ ਟਾਈਮਸ ਆਫ ਇੰਡੀਆ ਦੇ ਨਿਊਜ਼ਪੇਪਰ ਦੇ। ਠੀਕ ਹੈ ਜੀ। ਇਹ ਯਾਦ ਰੱਖਣਾ ਵੀ ਜਿਹੜਾ ਜਨਪਿਤ ਅਵਾਰਡ ਹੈਗਾ 1961 ਵਿੱਚ ਸ਼ੁਰੂ ਹੋਇਆ ਸੀ, ਪਹਿਲਾ ਅਵਾਰਡ 1965 ਵਿੱਚ ਦਿੱਤਾ ਗਿਆ ਸੀਗਾ, ਅਤੇ ਭਾਰਤੀ ਜਨਪਿਤ ਜੋ ਟਰਸਟ ਹੈਗੀ ਆ ਉਹਨਾਂ ਦੁਆਰਾ ਦਿੱਤਾ ਜਾਂਦਾ ਹੈਗਾ। ਅਤੇ ਇਹ ਜਿਹੜੇ ਟਰਸਟ ਫਾਊਂਡ ਕਿਹਨਾਂ ਦੁਆਰਾ ਕੀਤੀ ਗਈ ਸੀ, ਸਾਹੂ ਜੈਨ ਫੈਮਿਲੀ, ਜਿਹੜੀ ਕਿ ਟਾਈਮਸ ਆਫ ਇੰਡੀਆ ਨਿਊਜ਼ਪੇਪਰ ਦੇ ਫਾਊਂਡਰ ਸੀਗੇ ਜਾਂ ਪਬਲਿਸ਼ਰ ਸੀਗੇ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸ ਵਿੱਚ ਪ੍ਰਾਈਜ਼ ਕਿੰਨਾ ਮਿਲਦਾ, 11 ਲੱਖ ਦਾ ਪ੍ਰਾਈਜ਼ ਮਿਲਦਾ, ਅਤੇ ਬ੍ਰੌਨ ਰਿਪਲਿਕਾ ਆਫ ਮਤਲਬ ਜੋ 700 ਦਾ ਇੱਕ ਚਿੱਤਰ ਦੀ ਬਣੀ ਹੁੰਦੀ ਹੈ ਨਾ ਮੂਰਤੀ ਟਾਈਪ, ਉਹ ਮਿਲਦੀ ਹੈਗੀ। ਠੀਕ ਹੈ ਜੀ। ਤਾਂ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਪੰਜਾਬੀ ਲਿਟਰੇਚਰ ਕਿਹਨਾਂ ਨੂੰ ਮਿਲਿਆ, ਅੰਮ੍ਰਿਤਾ ਪ੍ਰੀਤਮ ਨੂੰ 1981 ਵਿੱਚ ਮਿਲਿਆ, ਅਤੇ ਗੁਰਦਿਆਲ ਸਿੰਘ ਨੂੰ 1999 ਵਿੱਚ ਮਿਲਿਆ। ਦੋ ਹੀ ਰਾਈਟਰਾਂ ਨੂੰ ਅੱਜ ਤੱਕ ਇਹ ਅਵਾਰਡ ਮਿਲਿਆ, ਅਤੇ ਉਹਨਾਂ ਦੇ ਤੁਸੀਂ ਨਾਮ ਯਾਦ ਰੱਖ ਲੈਣੇ ਆ ਜੀ। ਅੰਮ੍ਰਿਤਾ ਪ੍ਰੀਤਮ ਨੂੰ 1981 ਵਿੱਚ ਮਿਲਿਆ, ਅਤੇ ਗੁਰਦਿਆਲ ਸਿੰਘ ਨੂੰ 1999 ਵਿੱਚ ਮਿਲਿਆ ਜਨਪਿਤ ਅਵਾਰਡ। ਠੀਕ ਹੈ ਜੀ। ਉਸ ਤੋਂ ਬਾਅਦ ਇੰਪੋਰਟੈਂਟ ਦੀ ਗੱਲ ਕਰੀਏ ਤਾਂ ਜਨਪਿਤ ਤੋਂ ਅਵਾਰਡ ਤੋਂ ਬਾਅਦ ਆਉਂਦਾ ਸਾਹਿਤ ਅਕੈਡਮੀ ਅਵਾਰਡ ਆਉਂਦਾ ਜੀ। ਸਾਹਿਤ ਅਕੈਡਮੀ ਅਵਾਰਡ ਜਿਹੜਾ ਹੈਗਾ ਇਹ ਸਟਾਰਟ ਕੀਤਾ ਗਿਆ ਸੀ 1955 ਵਿੱਚ, ਅਤੇ ਇਹ ਮੋਸਟ ਮਤਲਬ ਸਭ ਤੋਂ ਵਧੀਆ ਆਊਟਸਟੈਂਡਿੰਗ ਬੁੱਕਸ ਹੋਵੇ ਕੋਈ ਜਾਂ ਕੋਈ ਲਿਟਰੇਸੀ ਹੋਵੇ, ਅਤੇ ਮੇਜਰ ਲੈਂਗੁਏਜ ਉਹਨਾਂ ਨੂੰ ਹੀ ਮਿਲਿਆ ਜਾਂਦਾ। ਮੇਜਰ ਲੈਂਗੁਏਜ ਰੈਕਗਨਾਈਜ਼ ਸਾਹਿਤ ਅਕੈਡਮੀ ਦੁਆਰਾ ਕੁਝ ਲੈਂਗੁਏਜ ਦਿੱਤੀਆਂ ਗਈਆਂ, ਉਹਨਾਂ ਵਿੱਚ ਹੀ ਇਹ ਲਿਖਿਆ ਹੋਵੇਗਾ ਤਾਂ ਹੀ ਉਹ ਮਿਲੇਗਾ। ਅਤੇ ਇੰਡੀਅਨ ਨੈਸ਼ਨਲ ਅਕੈਡਮੀ ਆਫ ਲੈਟਰਸ, ਠੀਕ ਹੈ, ਉਹਨਾਂ ਦੁਆਰਾ ਜਿਹੜੀਆਂ ਵੀ ਰੈਕਗਨਾਈਜ਼ ਲੈਂਗੁਏਜ ਕੀਤੀਆਂ ਗਈਆਂ
ਉਹਨਾਂ ਵਿੱਚ ਜੇ ਆਪਾਂ ਕੁਝ ਲਿਟਰੇਚਰ ਕੋਈ ਲਿਖਦਾ ਤੇ ਉਹ ਬਹੁਤ ਹੀ ਆਊਟਸਟੈਂਡਿੰਗ ਬਹੁਤ ਹੀ ਵਧੀਆ ਹੁੰਦੀ ਹੈ ਤਾਂ ਉਹਨੂੰ ਅਵਾਰਡ ਦਿੱਤਾ ਜਾਂਦਾ। ਤਾਂ ਇਸ ਦੇ ਪ੍ਰਾਈਜ਼ ਮਨੀ ਹੈਗੀ 1 ਲੱਖ। ਤਾਂ ਜੋ ਫਸਟ ਪੰਜਾਬੀ ਮਤਲਬ ਫਸਟ ਸਾਹਿਤ ਅਕੈਡਮੀ ਅਵਾਰਡ ਪੰਜਾਬੀ ਲੈਂਗੁਏਜ ਕਿਸ ਨੂੰ ਮਿਲਿਆ ਸੀਗਾ, ਭਾਈ ਵੀਰ ਸਿੰਘ ਨੂੰ ਮਿਲਿਆ ਸੀਗਾ, ਮੇਰੇ ਸਾਈਂ ਜੀਓ। ਠੀਕ ਹੈ ਜੀ, ਇਹ ਯਾਦ ਰੱਖ ਲੈਣੀ ਆ। ਅਤੇ 1955 ਵਿੱਚ ਸਭ ਤੋਂ ਪਹਿਲਾਂ ਮਿਲਿਆ ਸੀਗਾ। ਇਹ ਹਰ ਸਾਲ ਮਿਲਦਾ, ਸਾਰਿਆਂ ਨੂੰ ਹੀ ਮਿਲਦਾ। ਅਤੇ 1956 ਵਿੱਚ ਕਿਹਨੂੰ ਮਿਲਿਆ ਸੀਗਾ, ਅੰਮ੍ਰਿਤਾ ਪ੍ਰੀਤਮ ਨੂੰ। ਅਤੇ ਸੁਨੇਹੇ ਪੋਇਟਰੀ ਹੈਗੀ ਆ ਉਹਦੇ ਦੁਆਰਾ ਅੰਮ੍ਰਿਤਾ ਪ੍ਰੀਤਮ ਦੁਆਰਾ ਲਿਖੀ ਗਈ ਸੀ ਉਸ 1956 ਵਿੱਚ। ਤਾਂ 1956 'ਚ ਮਿਲਿਆ ਸੀਗਾ। ਅਤੇ ਰੀਸੈਂਟਲੀ ਜੇ ਗੱਲ ਕਰੀਏ 2019 ਵਿੱਚ ਕਿਰਪਾਲ ਕਾਜਕ ਅਤੇ ਐਂਥਨੀ ਜੋ ਸ਼ਾਰਟ ਸਟੋਰੀ ਐਂਥਨੀ ਸ਼ਾਰਟ ਸਟੋਰੀ ਸੀ ਕਿਰਪਾਲ ਕਾਜਕ, ਉਸ ਨੂੰ ਮਿਲਿਆ 2019 'ਚ। ਇਹ ਯਾਦ ਰੱਖਣਾ ਰੀਸੈਂਟਲੀ ਜਿਹੜਾ ਹੁਣ ਪਿੱਛੇ ਮਿਲਿਆ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਰਸਵਤੀ ਸਨਮਾਨ। ਇਹ ਐਨੂਅਲ ਅਵਾਰਡ ਹੈਗਾ ਜੀ। ਇਹ ਪ੍ਰੋਜ਼ ਆਊਟਸਟੈਂਡਿੰਗ ਸਭ ਤੋਂ ਵਧੀਆ ਪ੍ਰੋਜ਼ ਲਿਖਿਆ ਹੋਏ ਪੋਇਟਰੀ ਹੋਏ ਜਾਂ ਲਿਟਰੇਸੀ ਵਰਕ ਉਹਨਾਂ ਨੂੰ ਮਿਲਦਾ। ਇੰਡੀਅਨ ਲੈਂਗੁਏਜ ਲਿਸਟ ਮਤਲਬ ਜਿਹੜੀ ਕੌਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਜਿੰਨੀਆਂ ਲੈਂਗੁਏਜ 22 ਲੈਂਗੁਏਜ ਹੈਗੀਆਂ ਉਹਨਾਂ ਵਿੱਚੋਂ ਕਿਸੇ ਵੀ ਲੈਂਗੁਏਜ ਆਪਾਂ ਪ੍ਰੋਜ਼ ਲਿਖਿਆ ਹੋਏ ਪੋਇਟਰੀ ਲਿਖੀ ਹੋਈ ਜਾਂ ਕੋਈ ਹੋਰ ਲਿਟਰੇਸੀ ਵਰਕ ਕੀਤਾ ਹੋਏ ਜੇ ਆਊਟਸਟੈਂਡਿੰਗ ਬਹੁਤ ਹੀ ਵਧੀਆ ਲਿਖਿਆ ਤਾਂ ਆਪਾਂ ਮਿਲਦਾ। ਠੀਕ ਹੈ ਜੀ। ਅਤੇ ਇਹਦੀ ਪ੍ਰਾਈਜ਼ ਮਨੀ 10 ਲੱਖ ਹੈਗੀ, ਇੱਥੇ ਲਿਖਿਆ ਨਹੀਂ ਹੋਇਆ 10 ਲੱਖ ਹੈ। ਠੀਕ ਹੈ ਜੀ। ਤਾਂ ਇਹ 1991 ਵਿੱਚ ਕੀਤਾ ਗਿਆ ਸੀ ਜੋ ਕਿ ਕੇ ਬਿਰਲਾ ਫਾਊਂਡੇਸ਼ਨ ਦੁਆਰਾ ਸਭ ਤੋਂ ਪਹਿਲਾਂ ਸਟਾਰਟ ਕੀਤਾ ਗਿਆ ਸੀਗਾ। ਤਾਂ ਕੈਂਡੀਡੇਟ ਸਿਲੈਕਟ ਫਰੋਮ ਲਿਟਰੇਸੀ ਵਰਕ ਪਬਲਿਸ਼ ਇਨ ਦਾ ਪ੍ਰੀਵੀਅਸ 10 ਮਤਲਬ 10 ਸਾਲਾਂ ਦੇ ਵਿੱਚ ਜਿਹੜੇ ਕੈਂਡੀਡੇਟ ਮਤਲਬ ਜਿਹੜੇ ਰਾਈਟਰਾਂ ਨੇ ਬਹੁਤ ਹੀ ਵਧੀਆ ਲਿਟਰੇਸੀ ਵਰਕ ਕੀਤਾ, ਬਹੁਤ ਹੀ ਵਧੀਆ ਰਚਨਾਵਾਂ ਲਿਖੀਆਂ, ਉਹਨਾਂ 10 ਸਾਲਾਂ ਦੀ ਰਚਨਾਵਾਂ ਨੂੰ ਰੈਕਗਨਾਈਜ਼ ਦੇਖ ਕੇ ਉਹਨਾਂ ਤੋਂ ਬਾਅਦ ਅਵਾਰਡ ਦਿੱਤਾ ਜਾਂਦਾ। ਤਾਂ ਆਪਣੇ ਪੰਜਾਬ ਵਿੱਚ ਜਿਹੜੇ ਪੰਜਾਬੀ ਰਾਈਟਰ ਆ ਉਹਨਾਂ ਨੂੰ ਕਿਹੜੇ ਨੇ ਮਿਲਿਆ, ਹਰਭਜਨ ਸਿੰਘ ਨੂੰ ਮਿਲਿਆ ਰੁੱਖ ਅਤੇ ਰਿਸ਼ੀ, ਦਲੀਪ ਕੌਰ ਟਿਵਾਣਾ ਨੂੰ ਮਿਲਿਆ ਹਰਭਜਨ ਸਿੰਘ ਨੂੰ 1994 'ਚ ਮਿਲਿਆ ਰੁੱਖ ਅਤੇ ਰਿਸ਼ੀ ਤੋਂ, ਅਤੇ ਦਲੀਪ ਸਿੰਘ ਟਿਵਾਣਾ ਨੂੰ 2001 'ਚ ਮਿਲਿਆ ਕਥਾ ਕਹੋ ਉਰਵਸ਼ੀ, ਅਤੇ ਸੁਰਜੀਤ ਪਾਤਰ ਨੂੰ ਮਿਲਿਆ 2009 'ਚ ਲਫ਼ਜ਼ਾਂ ਦੀ ਦਰਗਾਹ। ਠੀਕ ਹੈ ਜੀ। ਇਹ ਇੰਪੋਰਟੈਂਟ ਆ ਕਿਸ ਨੂੰ ਅਵਾਰਡ ਕਿਹੜਾ ਮਿਲਿਆ ਅਤੇ ਕਦੋਂ ਮਿਲਿਆ, ਇਹ ਤੁਸੀਂ ਯਾਦ ਰੱਖਣਾ। ਤਿੰਨੇ ਜਿਹੜੇ ਅਵਾਰਡਾਂ ਬਾਰੇ ਆਪਾਂ ਗੱਲ ਕੀਤੀ ਆ ਪਿੱਛੇ, ਇੱਕ ਜਿਹੜੇ ਅਵਾਰਡ ਜਨਪਤ ਦੀ ਅਵਾਰਡ ਦੀ ਗੱਲ ਕੀਤੀ ਸੀ, ਸਾਹਿਤ ਅਕੈਡਮੀ ਦੀ ਅਵਾਰਡ ਦੀ ਗੱਲ ਕੀਤੀ ਆ, ਅਤੇ ਸਰਸਵਤੀ ਦੀ ਯਾਦ ਕੀਤੀ ਆ। ਇਹ ਕਿੰਨਾ ਨੂੰ ਮਿਲਿਆ ਇਹ ਤੁਸੀਂ ਯਾਦ ਰੱਖਣਾ। ਠੀਕ ਹੈ ਜੀ। ਤਾਂ ਨੈਕਸਟ ਕੰਪਲੀਟ ਆ ਜੀ, ਜਿੰਨੇ ਅਵਾਰਡ ਹੈਗੇ ਸੀ ਆਪਾਂ ਕੰਪਲੀਟ ਕਰ ਲਏ। ਤਾਂ ਨੈਕਸਟ ਵੀਡੀਓ 'ਚ ਆਪਾਂ ਜੋ ਕੰਪਲੀਟ ਕਰਨਾ ਹੈਗਾ ਉਹ ਆਪਾਂ ਡਾਂਸਿਸ ਦੇਖਣੇ ਆ। ਠੀਕ ਹੈ ਜੀ। ਪੰਜਾਬ ਕਲਚਰ ਦੇ ਡਾਂਸ ਹੋ ਗਏ, ਅਤੇ ਅੱਗੇ ਜਿਹੜਾ ਮਿਊਜ਼ਿਕ ਵਗੈਰਾ ਬਾਰੇ ਫੇਅਰਸ ਐਂਡ ਮੇਲੇ ਵਗੈਰਾ ਉਹ ਆਪਾਂ 1-2 ਵੀਡੀਓ ਦੇ ਵਿੱਚ ਕੰਪਲੀਟ ਕਰ ਲਾਂਗੇ। ਥੈਂਕ ਯੂ ਫॉर ਵਾਚਿੰਗ ਅਤੇ ਥੈਂਕ ਯੂ।